Hello students, myself Dr. Amit Juneja, lecturer in economics, Shahid Balwinder Singh, Government Senior Secondary Smart School Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਤਾਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਇੰਡੀਆ ਦਾ ਬੈਂਕਿੰਗ ਸਿਸਟਮ ਜਿਹੜਾ ਹੈ ਉਹ ਡਿਸਕਸ ਕੀਤਾ ਸੀ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਉਹ ਕੀਤੀ ਸੀ ਰਿਜ਼ਰਵ ਬੈਂਕ ਆਫ ਇੰਡੀਆ ਦੀ, ਜਿਹਦੇ ਵਿੱਚ ਆਪਾਂ ਇਹ ਕਿਹਾ ਸੀ ਵੀ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ। ਨੰਬਰ 2, ਇਹ ਇੱਕ ਐਜਾ ਬੈਂਕ ਹੈ ਜੋ ਕੀ ਕਰਦਾ ਹੈ ਸਾਰੇ ਦੇ ਸਾਰੇ ਬੈਂਕਾਂ ਦੇ ਉੱਪਰ ਜਿਹੜਾ ਹੈ ਉਹ ਆਪਣਾ ਕੰਟਰੋਲ ਰੱਖਦਾ ਹੈ। ਇਹ ਪੂਰੀ ਦੀ ਪੂਰੀ ਬੈਂਕਿੰਗ ਪ੍ਰਣਾਲੀ ਦਾ ਜਿਹੜਾ ਆਪਾਂ ਧੁਰਾ ਕਹਿ ਸਕਦੇ ਹਾਂ ਵੀ ਜਿਹਦੇ ਆਲੇ ਦੁਆਲੇ ਪੂਰਾ ਬੈਂਕਿੰਗ ਸਿਸਟਮ ਜਿਹੜਾ ਹੈ ਉਹ ਘੁੰਮਦਾ। ਤਾਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਸਥਾਪਿਤ ਕੀਤਾ ਗਿਆ ਸੀ ਆਰਬੀਆਈ ਐਕਟ 1934 ਦੇ ਮੁਤਾਬਿਕ 1 ਅਪ੍ਰੈਲ 1935 ਨੂੰ। ਉਸ ਤੋਂ ਬਾਅਦ 1949 ਦੇ ਵਿੱਚ ਜਦੋਂ ਆਪਣਾ ਭਾਰਤ ਆਜ਼ਾਦ ਹੋ ਗਿਆ 1947 ਦੇ ਵਿੱਚ, ਤਾਂ ਉਸ ਤੋਂ ਬਾਅਦ 1949 ਦੇ ਵਿੱਚ ਇਹਦਾ ਰਾਸ਼ਟਰੀਕਰਨ ਜਿਹੜਾ ਹੈ ਉਹ ਕਰ ਦਿੱਤਾ ਗਿਆ। ਭਾਰਤ ਸਰਕਾਰ ਨੇ ਇਹਨੂੰ ਆਪਣੇ ਅੰਡਰ ਜਿਹੜਾ ਹੈ ਉਹ ਲੈ ਲਿਆ। ਤਾਂ ਹੁਣ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹ ਕੀ ਹੈ, ਉਹ ਸਭ ਤੋਂ ਵੱਡਾ ਬੈਂਕ ਹੈ। ਰਿਜ਼ਰਵ ਬੈਂਕ ਦੇ ਅੰਡਰ ਜਿੰਨੇ ਵੀ ਬੈਂਕ ਆਉਂਦੇ ਨੇ ਉਹ ਸਾਰੇ ਦੇ ਸਾਰੇ ਬੈਂਕਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਆ। ਇੱਕ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਸ਼ਡਿਊਲਡ ਬੈਂਕ ਮਤਲਬ ਅਨੁਸੂਚਿਤ ਬੈਂਕ, ਇੱਕ ਹੁੰਦੇ ਨੇ ਨਾਨ ਸ਼ਡਿਊਲਡ ਬੈਂਕ ਮਤਲਬ ਗੈਰ ਅਨੁਸੂਚਿਤ ਬੈਂਕ। ਹੁਣ ਅਨੁਸੂਚਿਤ ਬੈਂਕ ਕਿਹੜੇ ਸੀ ਇਹਨੂੰ ਆਪਾਂ ਡਿਸਕਸ ਕੀਤਾ ਸੀ ਵੀ ਜਦੋਂ ਵੀ ਆਰਬੀਆਈ ਐਕਟ 1934 ਲਾਗੂ ਹੋਇਆ ਸੀ ਤਾਂ ਉਹਦੇ ਮੁਤਾਬਿਕ ਜਿਹੜੇ ਉਹਦੇ ਵਿੱਚ ਆ ਗਏ ਤਾਂ ਉਹਨਾਂ ਸਾਰਿਆਂ ਨੂੰ ਆਪਾਂ ਅਨੁਸੂਚਿਤ ਬੈਂਕ ਕਿਹਾ। ਉਹਦੇ ਵਾਸਤੇ ਕੀ ਕੀਤਾ ਗਿਆ, 4 ਸ਼ਰਤਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ। ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕਿ ਮੇਰਾ ਜਿਹੜਾ ਐਕਟ ਹੈ 1934 ਵਾਲਾ ਉਹਦੇ ਮੁਤਾਬਿਕ ਕਿਹੜਾ ਬੈਂਕ ਮੇਰੇ ਸ਼ਡਿਊਲ ਦੇ ਵਿੱਚ ਯਾਨੀ ਕਿ ਮੇਰੀ ਤਾਲਿਕਾ ਦੇ ਵਿੱਚ ਜਾਂ ਮੇਰੀ ਅਨੁਸੂਚੀ ਦੇ ਵਿੱਚ ਆਏਗਾ, ਜਿਹੜਾ ਇਹ 4 ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰੇਗਾ। ਪਹਿਲੀ ਸ਼ਰਤ ਕੀ ਸੀ ਵੀ ਉਸ ਬੈਂਕ ਦੇ ਕੋਲ ਜਿਹੜਾ ਹੈ ਘੱਟ ਤੋਂ ਘੱਟ 5 ਲੱਖ ਰੁਪਏ ਦੀ ਪੇਡਾ ਕੈਪੀਟਲ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਮਤਲਬ 5 ਲੱਖ ਰੁਪਇਆ ਜਿਹੜਾ ਹੈ ਉਹਦੇ ਕੋਲ ਜਮਾ ਹੋਣਾ ਚਾਹੀਦਾ ਹੈ। ਦੂਸਰੀ ਗੱਲ, ਉਹ ਕਿਸੇ ਇੱਕ ਬੰਦੇ ਦੀ ਮਲਕੀਅਤ ਨਹੀਂ ਹੋਣੀ ਚਾਹੀਦੀ। ਮਤਲਬ ਉਹ ਬੈਂਕ ਦੇ ਉੱਪਰ ਕਿਸੇ ਇੱਕ ਬੰਦੇ ਦਾ ਅਧਿਕਾਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਇੱਕ ਪੂਰੀ ਕਮੇਟੀ ਹੋਣੀ ਚਾਹੀਦੀ ਹੈ, ਇੱਕ ਕਾਰਪੋਰੇਸ਼ਨ ਹੋ ਸਕਦਾ ਹੈ, ਇੱਕ ਨਿਗਮ ਹੋ ਸਕਦਾ ਹੈ, ਪਰ ਇੱਕ ਬੰਦੇ ਦਾ ਅਧਿਕਾਰ ਜਿਹੜਾ ਹੈ ਉਹ ਨਹੀਂ ਹੋ ਸਕਦਾ। ਤੀਸਰੀ ਗੱਲ, ਉਹ ਬੈਂਕ ਕੋਈ ਵੀ ਐਜਾ ਕੰਮ ਨਹੀਂ ਕਰੇਗਾ ਜਿਹੜਾ ਉਹਦੇ ਗਾਹਕਾਂ ਦੇ ਖਿਲਾਫ ਜਿਹੜਾ ਹੈ ਉਹ ਜਾਵੇ। ਮਤਲਬ ਜਿਨ੍ਹਾਂ ਲੋਕਾਂ ਨੇ ਉਸ ਬੈਂਕ ਦੇ ਅੰਦਰ ਪੈਸੇ ਜਮ੍ਹਾਂ ਕਰਾਏ ਨੇ ਜਾਂ ਜਿਹੜੇ ਲੋਕਾਂ ਨੇ ਉਸ ਬੈਂਕ ਤੋਂ ਉਧਾਰ ਲਿਆ ਹੈ ਉਹਨਾਂ ਦੇ ਖਿਲਾਫ ਕੋਈ ਵੀ ਕਦਮ ਜਿਹੜਾ ਹੈ ਉਹ ਬੈਂਕ ਨਹੀਂ ਚੁੱਕੇਗਾ। ਚੌਥੀ ਸ਼ਰਤ ਇਹ ਹੈ ਵੀ ਅਗਰ ਰਿਜ਼ਰਵ ਬੈਂਕ ਆਫ ਇੰਡੀਆ ਆਪਣੇ ਨਿਯਮਾਂ ਦੇ ਵਿੱਚ ਕੋਈ ਵੀ ਬਦਲਾਅ ਕਰਦਾ ਹੈ ਤਾਂ ਉਹ ਬੈਂਕ ਜਿਹੜਾ ਉਹ ਨਿਯਮਾਂ ਨੂੰ ਮੰਨਣ ਵਾਸਤੇ ਜਿਹੜਾ ਹੈ ਉਹ ਤਿਆਰ ਰਹੇਗਾ। ਤਾਂ ਜੇ ਬੈਂਕ ਇਹ 4 ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਗਿਆ ਤਾਂ ਉਹਨੂੰ ਆਪਾਂ ਕੀ ਕਵਾਂਗੇ, ਅਨੁਸੂਚਿਤ ਬੈਂਕ ਜਿਹੜੇ ਨੇ ਉਹ ਕਵਾਂਗੇ। ਇਹ ਕਿਹੜੇ ਨੇ, ਇਹ ਗੈਰ ਅਨੁਸੂਚਿਤ ਬੈਂਕ ਨੇ। ਕਿਹੜੇ ਹੋਣਗੇ, ਬਹੁਤ ਸਿੰਪਲ ਹੈ ਕਿ ਜਿਹੜੀਆਂ 4 ਸ਼ਰਤਾਂ ਆਪਾਂ ਬੈਂਕਾਂ ਤੇ ਲਗਾਈਆਂ ਇਹ ਜੇ ਸਾਰੇ ਬੈਂਕ ਜਿਹੜੇ ਉਹ 4 ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹ ਕਿੱਧਰ ਚਲੇ ਗਏ, ਉਹ ਗੈਰ ਅਨੁਸੂਚਿਤ ਬੈਂਕ ਦੇ ਵਿੱਚ ਜਿਹੜਾ ਹੈ ਉਹ ਚਲੇ ਗਏ। ਮਤਲਬ ਇਹਦੇ ਕਿਹੜੇ ਕਿਹੜੇ ਹੋਣਗੇ, ਪਹਿਲਾ ਜਿਨ੍ਹਾਂ ਕੋਲ 5 ਲੱਖ ਰੁਪਏ ਦੀ ਪੇਡ ਅਪ ਕੈਪੀਟਲ ਨਹੀਂ ਹੋਏਗੀ। ਨੰਬਰ 2, ਜਿਹੜੇ ਇੱਕ ਬੰਦੇ ਦੀ ਮਲਕੀਅਤ ਹੋਣਗੇ। ਨੰਬਰ 3, ਜਿਹੜੇ ਅਜੇ ਕੰਮ ਕਰਨਗੇ ਜੋ ਉਹਨਾਂ ਦੇ ਜਮਾਕਰਤਾਵਾਂ ਦੇ ਤੇ ਉਧਾਰ ਲੈਣ ਵਾਲਿਆਂ ਦੇ ਖਿਲਾਫ ਜਾਣਗੇ। ਨੰਬਰ 4, ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਕਾਨੂੰਨਾਂ ਨੂੰ ਨਹੀਂ ਮੰਨਣਗੇ। ਹੁਣ ਜਿਹੜੇ ਤਾਂ ਇਹ ਸ਼ਡਿਊਲਡ ਬੈਂਕ ਨੇ ਯਾਨੀ ਜਿਹੜੇ ਤਾਂ ਅਨੁਸੂਚਿਤ ਬੈਂਕ ਨੇ ਇਹਨਾਂ ਦੇ ਉੱਪਰ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਪੂਰਾ ਕੰਟਰੋਲ ਹੁੰਦਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਆਦੀ ਪੂਰੀ ਨਿਗਰਾਨੀ ਰੱਖਦਾ ਹੈ, ਇਹਨਾਂ ਨੂੰ ਉਧਾਰ ਵੀ ਦਿੰਦਾ ਹੈ, ਇਹਨਾਂ ਕੋਲੋਂ ਪੈਸੇ ਜਮ੍ਹਾਂ ਵੀ ਕਰਦਾ ਹੈ, ਇਹਨਾਂ ਦੀ ਮਦਦ ਵੀ ਕਰਦਾ ਹੈ। ਸਾਰਾ ਕੁਝ ਜਿਹੜਾ ਹੈ ਉਹ ਰਿਜ਼ਰਵ ਬੈਂਕ ਆਫ ਇੰਡੀਆ ਇਹਨਾਂ ਵਾਸਤੇ ਕਰੇਗਾ। ਜਿਹੜੇ ਇਹ ਬੈਂਕ ਨੇ ਇਹਨਾਂ ਸੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੁਝ ਨਹੀਂ ਕਰਨਾ, ਨਾ ਇਹਨਾਂ ਨੂੰ ਉਧਾਰ ਦੇਣਾ, ਨਾ ਇਹਨਾਂ ਦੇ ਕੰਮਾਂ ਤੇ ਨਿਗਰਾਨੀ ਕਰਨੀ। ਰਿਜ਼ਰਵ ਬੈਂਕ ਆਫ ਇੰਡੀਆ ਇਹ ਕਹਿੰਦਾ ਹੈ ਵੀ ਅਗਰ ਕੋਈ ਬੰਦਾ ਆਦਾ ਖਾਤਾ ਇਹਨਾਂ ਬੈਂਕਾਂ ਦੇ ਵਿੱਚ ਖੁਲਵਾ ਲੈਂਦਾ ਹੈ ਤਾਂ ਆਦੇ ਸਮਾਨ ਦਾ ਆਪ ਜ਼ਿੰਮੇਵਾਰ ਹੈ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਕੱਲ ਨੂੰ ਤੁਹਾਡੇ ਪੈਸੇ ਡੁੱਬ ਗਏ, ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਤੁਸੀਂ ਆਪ ਨਿਬੜੋਗੇ।
ठीक हो गया जी। हुण ਜਿਹੜੇ ਤਾਂ ਸ਼ਡਿਊਲਡ ਬੈਂਕ ਨੇ, ਹੁਣ ਉਹ ਸ਼ਡਿਊਲਡ ਬੈਂਕਾਂ ਨੂੰ ਨਾ ਅੱਗੇ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਉਹ ਵੰਡਦੇ ਆ। ਮਤਲਬ ਇਹ ਜੇ ਸਾਰੇ ਬੈਂਕ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਅਨੁਸੂਚੀ ਦੇ ਵਿੱਚ ਸ਼ਾਮਿਲ ਨੇ, ਉਹਨਾਂ ਸਾਰੇ ਬੈਂਕਾਂ ਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਵੰਡਦੇ ਆ। ਪਹਿਲੇ ਹੁੰਦੇ ਨੇ ਪਬਲਿਕ ਸੈਕਟਰ ਬੈਂਕ ਯਾਨੀ ਕਿ ਸਰਕਾਰੀ ਬੈਂਕ, ਦੂਜੇ ਹੁੰਦੇ ਨੇ ਪ੍ਰਾਈਵੇਟ ਸੈਕਟਰ ਬੈਂਕ ਯਾਨੀ ਕਿ ਨਿੱਜੀ ਬੈਂਕ, ਤੀਜੇ ਹੁੰਦੇ ਨੇ ਫੋਰਨ ਬੈਂਕ यानी कि विदेशी बैंक। यानी कि ਜਿਹੜੇ ਸ਼ਡਿਊਲਡ ਬੈਂਕ ਨੇ, ਅਨੁਸੂਚਿਤ ਬੈਂਕ ਨੇ, ਉਹ ਕਿੰਨੇ ਹਿੱਸਿਆਂ 'ਚ ਵੰਡੇ ਗਏ? ਤਿੰਨ ਹਿੱਸਿਆਂ ਦੇ ਵਿੱਚ। ਪਹਿਲੇ ਜਿਹੜੇ ਸਰਕਾਰੀ ਨੇ, ਦੂਜੇ ਜਿਹੜੇ ਪ੍ਰਾਈਵੇਟ ਨੇ ਤੇ ਤੀਜੇ ਜਿਹੜੇ ਵਿਦੇਸ਼ੀ ਬੈਂਕ ਨੇ। ਵਿਦੇਸ਼ੀ ਬੈਂਕ ਜਿਹੜੇ ਹੁੰਦੇ ਆ, ਆਪਾਂ ਹੁਣੇ ਥੋੜੀ ਦੇਰ ਤੱਕ ਗੱਲ ਕਰਨ ਜਾ ਰਹੇ ਆ। ਆਈਡੀਆ ਲੈ ਲਓ ਹੁਣੇ ਵੀ ਇਹ ਜਿਹੇ ਬੈਂਕ ਨੇ ਜਿਹੜੇ ਕਿ ਆਪਣੇ ਦੇਸ਼ ਦੇ ਲੋਕਾਂ ਨੇ ਨਹੀਂ ਖੋਲੇ, ਬਲਕਿ ਵਿਦੇਸ਼ਾਂ ਨੇ ਜਿਹੜਾ ਹੈ ਉਹ ਆਪਣੇ ਦੇਸ਼ ਵਿੱਚ ਆ ਕੇ ਖੋਲਿਆ, ਉਹਨਾਂ ਨੂੰ ਆਪਾਂ ਵਿਦੇਸ਼ੀ ਬੈਂਕ ਜਿਹੜਾ ਉਹ ਕਹਿ ਦਿੰਦੇ ਆ। ਠੀਕ ਹੋ ਗਿਆ ਜੀ। ਤਾਂ ਇਹਦੇ ਵਿੱਚੋਂ ਆਪਾਂ ਸਰਕਾਰੀ ਬੈਂਕਾਂ ਦੀ ਗੱਲ ਕੀਤੀ ਸੀ ਆਪਣੇ ਲਾਸਟ ਲੈਕਚਰ ਦੇ ਵਿੱਚ, ਉਹਦੇ 'ਚ ਆਪਾਂ ਗੱਲ ਕੀਤੀ ਸੀ ਸਟੇਟ ਬੈਂਕ ਆਫ ਇੰਡੀਆ ਦੀ। ਜਿਹੜਾ ਆਪਾਂ ਗੱਲ ਕੀਤੀ ਸੀ ਕਿ ਸ਼ੁਰੂ ਦੇ ਵਿੱਚ ਇਹਦਾ ਨਾਮ ਜਿਹੜਾ ਹੈ ਉਹ ਸਟੇਟ ਬੈਂਕ ਆਫ ਇੰਡੀਆ ਨਹੀਂ ਸੀ, ਇਹ ਬਦਲਦੇ ਬਦਲਦੇ ਜਿਹੜਾ ਹੈ ਇਹਦਾ ਨਾਮ ਸਟੇਟ ਬੈਂਕ ਆਫ ਇੰਡੀਆ ਬਣਿਆ। ਠੀਕ ਹੈ, 1955 ਦੇ ਵਿੱਚ ਇਹ ਬੈਂਕ ਜਿਹੜਾ ਹੈ ਇਹ ਸ਼ੁਰੂ ਤੋਂ ਹੀ ਜਿਹੜਾ ਉਹ ਰਾਸ਼ਟਰੀਕ੍ਰਿਤ ਸੀ। ਸ਼ੁਰੂ ਤੋਂ ਹੀ ਇਹਨੂੰ ਕੀ ਕੀਤਾ ਗਿਆ, ਸਰਕਾਰ ਨੇ ਆਪਦੇ ਅੰਡਰ ਹੀ ਰੱਖਿਆ। ਤਾਂ ਸਟੇਟ ਬੈਂਕ ਆਫ ਇੰਡੀਆ ਦੇ ਪਹਿਲਾਂ 7 ਸਹਾਇਕ ਬੈਂਕ ਹੁੰਦੇ ਸੀ। ਆਪਾਂ ਗੱਲ ਕੀਤੀ ਸੀ ਵੀ 2008 ਦੇ ਵਿੱਚ ਪਹਿਲੀ ਵਾਰੀ ਜਿਹੜਾ ਸਟੇਟ ਬੈਂਕ ਆਫ ਸੌਰਾਸ਼ਟਰ ਹੈ ਉਹਨੂੰ ਕੀ ਕੀਤਾ ਗਿਆ ਸੀ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਸੀ। 2010 ਦੇ ਵਿੱਚ ਸਟੇਟ ਬੈਂਕ ਆਫ ਇੰਦੌਰ ਜਿਹੜਾ ਹੈ ਉਹਨੂੰ ਵੀ ਜਿਹੜਾ ਸਟੇਟ ਬੈਂਕ ਆਫ ਸ਼ਾਮਿਲ ਕਰ ਦਿੱਤਾ ਗਿਆ ਸੀ। 2017 ਦੇ ਵਿੱਚ ਜਿਹੜੇ ਬਾਕੀ 5 ਸਟੇਟ ਬੈਂਕ ਆਫ ਦੇ ਸਹਾਇਕ ਬਚੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਸਟੇਟ ਬੈਂਕ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਇਸ ਟਾਈਮ ਅੱਜ ਦੀ ਤਰੀਕ ਦੇ ਵਿੱਚ ਸਟੇਟ ਬੈਂਕ ਦਾ ਕੋਈ ਵੀ ਸਹਾਇਕ ਬੈਂਕ ਜਿਹੜਾ ਉਹ ਨਹੀਂ ਹੈਗਾ। ਸਟੇਟ ਬੈਂਕ ਆਫ ਇੰਡੀਆ ਆਪਣੇ ਆਪ ਦੇ ਵਿੱਚ ਇਕੱਲਾ ਬੈਂਕ ਹੈ। ਤੁਸੀਂ ਆਪਣੇ ਸ਼ਹਿਰ ਦੀ ਐਗਜ਼ਾਮਪਲ ਲੈ ਸਕਦੇ ਹੋ ਕਿ ਪਹਿਲਾਂ ਕੀ ਹੁੰਦਾ ਸੀ, ਉੱਥੇ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਸਿੰਧ ਐਂਡ ਜੈਪੁਰ, ਬੀਕਾਨੇਰ ਐਂਡ ਜੈਪੁਰ, ਇਹ ਸਾਰੇ ਹੋਇਆ ਕਰਦੇ ਸੀ। ਹੁਣ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਟ੍ਰਾਵਨਕੋਰ, ਇਸ ਤਰ੍ਹਾਂ ਦਾ ਕੋਈ ਬੈਂਕ ਨਹੀਂ ਹੈਗਾ। ਸਾਰੇ ਬੈਂਕਾਂ ਦੇ ਬਾਹਰ ਕੀ ਕੀਤਾ ਗਿਆ, ਜਿਨ੍ਹਾਂ ਦੇ ਨਾਲ ਵੀ ਪਹਿਲਾਂ ਸਟੇਟ ਬੈਂਕ ਲੱਗਿਆ ਹੋਇਆ ਸੀ, ਉਹਨਾਂ ਦੇ ਬਾਹਰ ਉਹਦਾ ਬੋਰਡ ਹਟਾ ਕੇ ਹੁਣ ਸਟੇਟ ਬੈਂਕ ਆਫ ਇੰਡੀਆ ਦਾ ਬੋਰਡ ਜਿਹੜਾ ਉਹ ਲਗਾ ਦਿੱਤਾ ਗਿਆ। ਅੱਜ ਦੀ ਤਰੀਕ ਦੇ ਵਿੱਚ ਭਾਰਤ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦਾ ਕੋਈ ਵੀ ਸਹਾਇਕ ਬੈਂਕ ਜਿਹੜਾ ਉਹ ਨਹੀਂ ਹੈਗਾ। ਅਗਰ ਇਹੀ ਟੌਪਿਕ ਮੈਂ 2 ਸਾਲ 3 ਸਾਲ ਪਹਿਲਾਂ ਕਰਾ ਰਿਹਾ ਹੁੰਦਾ ਤਾਂ ਮੈਂ ਲਿਖਦਾ ਕਿ ਸਟੇਟ ਬੈਂਕ ਆਫ ਇੰਡੀਆ ਤੇ ਉਹਦੇ 5 ਸਹਾਇਕ ਬੈਂਕ। ਅਗਰ ਇਹੀ ਟੌਪਿਕ ਮੈਂ 2008 ਤੋਂ ਪਹਿਲਾਂ ਕਰਾ ਰਿਹਾ ਹੁੰਦਾ ਮੈਂ ਲਿਖਦਾ ਸਟੇਟ ਬੈਂਕ ਆਫ ਇੰਡੀਆ ਅਤੇ ਉਹਦੇ 7 ਸਹਾਇਕ ਬੈਂਕ। ਫਿਰ 7 ਤੋਂ 6 ਹੋ ਗਏ, 6 ਤੋਂ 5 ਹੋ ਗਏ। ਹੁਣ ਇਸ ਟਾਈਮ ਕੋਈ ਵੀ ਜਿਹੜਾ ਇਹਦਾ ਸਹਾਇਕ ਬੈਂਕ ਨਹੀਂ ਹੈਗਾ। ਤਾਂ ਆਪਾਂ ਇਹਦੀ ਗੱਲ ਆਲਰੇਡੀ ਕਰ ਚੁੱਕੇ ਹਾਂ। ਹੁਣ ਆਪਾਂ ਆਉਂਦੇ ਹਾਂ ਇੱਧਰ ਜਿਹੜੇ ਆਪਣੇ ਰਾਸ਼ਟਰੀਕ੍ਰਿਤ ਬੈਂਕ ਨੇ। ਇਹ ਕਿਹੜੇ ਹੁੰਦੇ ਨੇ? ਰਾਸ਼ਟਰੀਕ੍ਰਿਤ ਬੈਂਕ ਉਹ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਸਰਕਾਰ ਦਾ ਪੂਰਾ ਕੰਟਰੋਲ ਹੁੰਦਾ ਹੈ। ਇਹ ਕਿਉਂ ਕੀਤਾ ਗਿਆ? ਐਕਚੁਅਲੀ ਜਦੋਂ ਬੈਂਕਿੰਗ ਸਿਸਟਮ ਇੰਡੀਆ ਦੇ ਵਿੱਚ ਡਿਵੈਲਪ ਹੋਇਆ ਸੀ ਤਾਂ ਇੰਡੀਆ ਦੇ ਵਿੱਚ ਨਾ ਸਭ ਤੋਂ ਪਹਿਲਾ ਜਿਹੜਾ ਬੈਂਕ ਖੁੱਲਿਆ ਸੀ ਨਾ ਉਹ ਸੀ ਬੈਂਕ ਆਫ ਹਿੰਦੁਸਤਾਨ, ਜਿਹੜਾ 1770 ਦੇ ਵਿੱਚ ਖੁੱਲਿਆ ਸੀ। 1770 ਦੇ ਵਿੱਚ ਪਹਿਲਾ ਬੈਂਕ ਇੰਡੀਆ 'ਚ ਖੁੱਲਿਆ ਸੀ, ਬੈਂਕ ਆਫ ਹਿੰਦੁਸਤਾਨ। ਉਸ ਤੋਂ ਬਾਅਦ ਜਾ ਕੇ 1894 ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਖੁੱਲਿਆ। ਠੀਕ ਹੈ, ਉਸ ਤੋਂ ਬਾਅਦ ਹੋਰ ਬੜੇ ਸਾਰੇ ਬੈਂਕ ਜਿਹੜੇ ਨੇ ਉਹ ਖੁੱਲਦੇ ਗਏ। ਤਾਂ ਇਹ ਜਿੰਨੇ ਵੀ ਬੈਂਕ ਸੀ ਨਾ ਇਹ ਸਾਰੇ ਦੇ ਸਾਰੇ ਪ੍ਰਾਈਵੇਟ ਬੈਂਕ ਸੀ ਜਿਹੜੇ ਕੀ ਕਰਦੇ ਸੀ, ਮੁਨਾਫਾ ਕਮਾਉਣ ਵਾਸਤੇ ਕੰਮ ਕਰਦੇ ਸੀ। ਪਰ ਸਰਕਾਰ ਕਹਿੰਦੀ ਹੈ ਵੀ ਸਾਡਾ ਉਦੇਸ਼ ਜਿਹੜਾ ਹੈ ਉਹ ਸਿਰਫ ਤੇ ਸਿਰਫ ਮੁਨਾਫਾ ਕਮਾਉਣ ਦੇ ਨਾਲ ਨਹੀਂ ਹੈਗਾ। ਅਸੀਂ ਸਮਾਜ ਦੇ ਵਿੱਚ ਜਿੰਨੇ ਵੀ ਵਰਗ ਰਹਿੰਦੇ ਨੇ, ਚਾਹੇ ਉਹ ਗਰੀਬ ਨੇ, ਚਾਹੇ ਉਹ ਮੱਧਵਰਗੀ ਨੇ ਜਾਂ ਉਹ ਅਮੀਰ ਨੇ, ਅਸੀਂ ਸਾਰਿਆਂ ਦਾ ਭਲਾ ਸੋਚਣਾ ਹੈ। ਹੁਣ ਤੁਸੀਂ ਤਾਂ ਨਾਮ ਕਮਾਉਣ ਵਾਸਤੇ ਕੰਮ ਕਰਦੇ ਪਏ ਹੋ। ਮਤਲਬ ਅਗਰ ਕੋਈ ਅਮੀਰ ਬੰਦਾ ਤੁਹਾਡੇ ਕੋਲ ਆਉਂਦਾ ਹੈ, ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਗਿਰਵੀ ਰੱਖਦਾ ਹੈ, ਤੁਸੀਂ ਉਹਨੂੰ ਦੇ ਬਦਲੇ ਜਿਹੜਾ ਹੈ ਉਹ ਕਰਜ਼ਾ ਦੇ ਦਿੰਦੇ ਹੋ। ਪਰ ਅਗਰ ਇੱਕ ਗਰੀਬ ਆਦਮੀ ਤੁਹਾਡੇ ਕੋਲ ਆਉਂਦਾ ਹੈ, ਉਹਨੂੰ ਗਰੀਬ ਆਦਮੀ ਕੋਲ ਤਾਂ ਗਿਰਵੀ ਰੱਖਣ ਵਾਸਤੇ ਕੁਝ ਹੈ ਨਹੀਂ, ਤੁਸੀਂ ਕਹਿੰਦੇ ਹੋ ਜੀ ਤੇਰੇ ਕੋਲ ਤਾਂ ਕੁਝ ਗਿਰਵੀ ਰੱਖਣ ਵਾਸਤੇ ਨਹੀਂ ਹੈਗਾ, ਅਸੀਂ ਤੈਨੂੰ ਕਰਜ਼ਾ ਨਹੀਂ ਦਿੰਦੇ।
ਤਾਂ ਇਸ ਤਰ੍ਹਾਂ ਜਿਹੜਾ ਹੈ ਉਹ ਨਹੀਂ ਚੱਲੇਗਾ। ਤੁਹਾਨੂੰ ਸਮਾਜ ਦੇ ਸਾਰੇ ਵਰਗਾਂ ਵਾਸਤੇ ਜਿਹੜਾ ਹੈ ਉਹ ਕੰਮ ਕਰਨਾ ਪਏਗਾ। ਮਤਲਬ ਤੁਹਾਨੂੰ ਅਮੀਰ ਦੀ ਮਦਦ ਵੀ ਕਰਨੀ ਪਏਗੀ, ਮੱਧ ਵਰਗੀ ਦੀ ਵੀ ਕਰਨੀ ਪਏਗੀ ਤੇ ਗਰੀਬ ਦੀ ਵੀ ਕਰਨੀ ਪਏਗੀ। ਮਤਲਬ ਤੁਸੀਂ ਲਾਭ ਦੇ ਮੁਤਾਬਿਕ ਬੈਂਕਿੰਗ ਨਹੀਂ ਕਰ ਸਕਦੇ। ਤੁਹਾਨੂੰ ਜਿਹੜੀ ਬੈਂਕਿੰਗ ਕਰਨੀ ਪਏਗੀ ਉਹ ਕਰਨੀ ਪਏਗੀ ਸਮਾਜਿਕ ਬੈਂਕਿੰਗ, ਯਾਨੀ ਕਿ ਸਮਾਜ ਦੇ ਲੋਕਾਂ ਦੇ ਭਲੇ ਵਾਸਤੇ ਬੈਂਕਿੰਗ। ਤਾਂ ਫਿਰ ਸਰਕਾਰ ਨੇ ਕੀ ਕੀਤਾ, ਜਿਹੜੇ 14 ਪ੍ਰਾਈਵੇਟ ਸੈਕਟਰ ਦੇ ਬੈਂਕ ਸੀ ਉਹਨਾਂ ਨੂੰ ਕੀ ਕੀਤਾ, ਆਦੇ ਅੰਦਰ ਸ਼ਾਮਿਲ ਕਰ ਲਿਆ। ਮਤਲਬ ਪ੍ਰਾਈਵੇਟ ਬੈਂਕਾਂ ਨੂੰ ਕੀ ਕੀਤਾ, ਚੱਕ ਕੇ ਸਰਕਾਰੀ ਬਣਾਤਾ 1969 ਦੇ ਵਿੱਚ। ਠੀਕ ਹੋ ਗਿਆ। ਉਸ ਤੋਂ ਬਾਅਦ ਕੀ ਕੀਤਾ, 1980 ਦੇ ਵਿੱਚ 6 ਹੋਰ ਬੈਂਕਾਂ ਨੂੰ ਜਿਹੜਾ ਹੈ ਉਹਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਮਤਲਬ ਸਰਕਾਰ ਨੇ 6 ਹੋਰ ਪ੍ਰਾਈਵੇਟ ਬੈਂਕ ਜਿਹੜੇ ਸੀ ਉਹਨਾਂ ਨੂੰ ਕੀ ਕੀਤਾ, ਆਦੇ ਅੰਦਰ ਜਿਹੜਾ ਹੈ ਉਹ ਸ਼ਾਮਿਲ ਕਰ ਲਿਆ। ਤਾਂ ਕੁੱਲ ਇੰਡੀਆ ਦੇ ਵਿੱਚ ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ 1980 ਤੱਕ ਕਿੰਨੇ ਹੈਗੇ ਸੀ, 20 ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ ਉਹ ਹੈਗੇ ਸੀ। ਇਸ ਤੋਂ ਬਾਅਦ ਕੀ ਹੋਇਆ, ਜਦੋਂ ਆਪਾਂ ਗੱਲ ਕਰਦੇ ਆ 1993 ਦੀ, ਠੀਕ ਹੈ, ਆਪਾਂ ਇੱਕ ਸਾਲ ਲਿਖਣ ਲੱਗੇ ਆ 1993। 1993 ਦੇ ਵਿੱਚ ਇੱਕ ਬੈਂਕ ਹੁੰਦਾ ਸੀ ਇੰਡੀਆ ਵਿੱਚ, ਉਹਦਾ ਨਾਮ ਸੀ ਨਿਊ ਬੈਂਕ ਆਫ ਇੰਡੀਆ। ਠੀਕ ਹੈ, ਨਿਊ बैंक ऑफ इंडिया। न्यू बैंक ऑफ इंडिया जिहड़ा है ਇਹ ਇੱਕ ਰਾਸ਼ਟਰੀਕ੍ਰਿਤ ਬੈਂਕ ਸੀ। ਇਹ ਜਿਹੜਾ ਬੈਂਕ ਹੈ ਇਹਨੂੰ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕਰ ਦਿੱਤਾ ਗਿਆ। ਹੁਣ ਦੇਖੋ, ਹੈਗਾ ਰਾਸ਼ਟਰੀਕ੍ਰਿਤ ਬੈਂਕ ਸੀ, ਇਹਨੂੰ ਕੀ ਕੀਤਾ, ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸ਼ਾਮਿਲ ਕਰਤਾ। ਸਰਕਾਰ ਕੀ ਕਰਦੀ ਹੈ ਜਾਂ ਆਪਣਾ ਕੇਂਦਰੀ ਬੈਂਕ ਕੀ ਕਰਦਾ ਹੈ, ਟਾਈਮ ਟੂ ਟਾਈਮ ਅਲੱਗ-ਅਲੱਗ ਬੈਂਕਾਂ ਨੂੰ ਦੂਜੇ ਬੈਂਕਾਂ ਦੇ ਵਿੱਚ ਜਿਹੜਾ ਹੈ ਉਹ ਮਰਜ ਕਰਦਾ ਰਹਿੰਦਾ ਹੈ, ਸ਼ਾਮਿਲ ਕਰਦਾ ਰਹਿੰਦਾ ਹੈ। ਜਿਵੇਂ ਆਪਾਂ ਸਟੇਟ ਬੈਂਕ ਆਫ ਇੰਡੀਆ ਦੀ ਐਗਜ਼ਾਮਪਲ ਲਈ, ਕਿ ਸਭ ਤੋਂ ਪਹਿਲਾਂ ਸਟੇਟ ਬੈਂਕ ਆਫ ਸੌਰਾਸ਼ਟਰ ਨੂੰ ਵਿੱਚ ਸ਼ਾਮਿਲ ਕੀਤਾ, ਉਸ ਤੋਂ ਬਾਅਦ ਸਟੇਟ ਬੈਂਕ ਆਫ ਇੰਦੌਰ ਨੂੰ ਕੀਤਾ, ਉਸ ਤੋਂ ਬਾਅਦ ਬਾਕੀ ਸਟੇਟ ਬੈਂਕਾਂ ਨੂੰ ਵੀ ਜਿਹੜਾ ਹੈ ਉਹ ਸ਼ਾਮਿਲ ਕਰ ਦਿੱਤਾ। ਤਾਂ ਇਸ ਤਰ੍ਹਾਂ ਜਿਹੜਾ ਨਿਊ ਬੈਂਕ ਆਫ ਇੰਡੀਆ ਸੀ ਉਹਨੂੰ ਕੀ ਕੀਤਾ ਗਿਆ, ਦੂਜੇ ਰਾਸ਼ਟਰੀਕ੍ਰਿਤ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕਰ ਦਿੱਤਾ ਗਿਆ। ਯਾਨੀ ਹੁਣ ਪਹਿਲਾਂ ਕਿੰਨੇ ਬੈਂਕ ਸੀ, 20, ਇੱਕ ਬੈਂਕ ਜਿਹੜਾ ਹੈ ਉਹ ਵਿੱਚੋਂ ਘਟਾ ਦੋ ਤਾਂ ਹੁਣ ਕਿੰਨੇ ਬਣ ਗਏ, ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ ਉਹ 19 ਹੋ ਗਏ। ठीक हो गया। बीसी न्यू बैंक ऑफ इंडिया किंदे शामिल हो गया, अपने पंजाब नेशनल बैंक दे विच। हुण राष्ट्रीयकृत बैंक किन्ने रह गए, 19। उस तो बाद की होया 2001 दे विच एक बैंक है इंडिया दे विच IDBI ਉਹਨੂੰ ਵੀ ਰਾਸ਼ਟਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਦਾ ਪੂਰੇ ਤਰੀਕੇ ਨਾਲ ਰਾਸ਼ਟਰੀਕਰਨ ਨਹੀਂ ਹੋਇਆ, ਜਿਸ ਕਰਕੇ ਆਪਾਂ ਇਹਨੂੰ ਰਾਸ਼ਟਰੀਕ੍ਰਿਤ ਬੈਂਕ ਜਿਹੜਾ ਨਹੀਂ ਕਹਿੰਦੇ। ਇਹਦੇ ਵਾਸਤੇ ਨਾ ਇੱਕ ਹੋਰ ਕੈਟੇਗਰੀ ਬਣਾਈ ਗਈ ਜਿਹਨੂੰ ਨਾਮ ਦਿੱਤਾ ਗਿਆ ਹੋਰ ਰਾਸ਼ਟਰੀਕ੍ਰਿਤ ਬੈਂਕ। मतलब ये बैंक जड़ा है ये पूरे तरीके नाल राष्ट्रीयकृत नहीं हैगा, क्योंकि इहदे बहुत बड़े अमाउंट दे विच जिहड़ी हिस्सेदारी है वो किंदे कोल है, वो LIC कोल है, लाइफ इंश्योरेंस कॉर्पोरेशन ऑफ इंडिया। उहदे कोल जिहड़ा है भारतीय जीवन बीमा निगम, उहदे कोल जिहड़ी है इहदी बहुत बड़ी हिस्सेदारी है, जिस करके ये पूरे तरीके नाल राष्ट्रीयकृत बैंक जिहड़ा है वो नहीं हैगा। इहनूं आपां होर राष्ट्रीयकृत बैंकां दे विच जिहड़ा है ਉਹ ਰੱਖਦੇ ਆ। ਮਤਲਬ ਇੰਡੀਆ ਦੇ ਵਿੱਚ ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ ਉਹ ਕਿੰਨੇ, 19। ਠੀਕ ਹੈ, ਹੁਣ 19 ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ ਆਪਾਂ ਉਹਨਾਂ ਸਾਰੇ ਬੈਂਕਾਂ ਦੇ ਨਾਮ ਲਿਖਣ ਲੱਗੇ ਆ ਵੀ ਇੰਡੀਆ 'ਚ ਕਿਹੜਾ ਬੈਂਕ ਜਿਹੜਾ ਹੈ ਉਹ ਕੀ ਹੈ, ਉਹ ਰਾਸ਼ਟਰੀਕ੍ਰਿਤ ਬੈਂਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਨਾਮ ਲਿਖਦੇ ਆ, ਫਿਰ ਆਪਾਂ ਅੱਗੇ ਉਹਨਾਂ ਨੂੰ ਥੋੜਾ ਡਿਟੇਲ ਦੇ ਵਿੱਚ ਜਿਹੜਾ ਹੈ ਉਹ ਹੋਰ ਪੜਾਂਗੇ। ਜਿੰਦੇ 'ਚ ਸਭ ਤੋਂ ਪਹਿਲਾ ਜਿਹੜਾ ਬੈਂਕ ਹੈ ਉਹ ਹੈ बैंक ऑफ बड़ौदा। ठीक है, चंगा रहेगा कि तुसी नाल अपनी कॉपी पे लिखते जाओ। दूसरा है अपने कोल विजया बैंक, पहला है बैंक ऑफ बड़ौदा, दूसरा है विजया बैंक, तीसरा है देना बैंक, चौथा है कैनरा बैंक, पंजवा है अपने कोल सिंडिकेट बैंक, सिंडिकेट बैंक। ठीक है, छठवां है अपने कोल इंडियन बैंक, इंडियन बैंक। सातवां है अपने कोल इलाहाबाद बैंक, इलाहाबाद बैंक। आठवां है अपने कोल पंजाब
अपने कोल ओरिएंटल बैंक ऑफ कॉमर्स ओबीसी भी कहते हैं नु। 10वां है यूनाइटेड बैंक ऑफ इंडिया। 11वां जिहड़ा है वो है अपने कोल यूनियन बैंक ऑफ इंडिया। 12वां है अपने कोल आंध्रा बैंक। 13वां है अपने कोल कॉर्पोरेशन बैंक। 14वां है अपने कोल बैंक ऑफ इंडिया। 15 है बैंक ऑफ महाराष्ट्र। 16वां है सेंट्रल बैंक ऑफ इंडिया। 17वां है इंडियन ओवरसीज बैंक। 18वां है पंजाब एंड सिंध बैंक। ते 19वां है अपने कोल यूको बैंक। ठीक है जी। तो अपने कोल 19 ਜਿਹੜੇ ਰਾਸ਼ਟਰੀकृत बैंक है ਉਹਨਾਂ ਦੀ ਲਿਸਟ ਆ ਗਈ। ਸਭ ਤੋਂ ਪਹਿਲਾਂ ਕਿਹੜਾ ਹੈ बैंक ऑफ बड़ौदा, विजया बैंक, देना बैंक, कैनरा बैंक, सिंडिकेट बैंक, इंडियन बैंक, इलाहाबाद बैंक, पंजाब नेशनल बैंक, ओरिएंटल बैंक ऑफ कॉमर्स, यूनाइटेड बैंक ऑफ इंडिया, यूनियन बैंक ऑफ इंडिया, आंध्रा बैंक, कॉर्पोरेशन बैंक, बैंक ऑफ इंडिया, बैंक ऑफ महाराष्ट्र, सेंट्रल बैंक ऑफ इंडिया, इंडियन ओवरसीज बैंक, पंजाब एंड सिंध बैंक ते यूको बैंक। ये 19 ਜਿਹੜੇ ਨੇ ਉਹ ਆਪਣੇ ਰਾਸ਼ਟਰੀकृत बैंक ਜਿਹੜੇ ਨੇ ਉਹ ਬਚ ਗਏ। ਪਹਿਲਾਂ 20 ਹੁੰਦੇ ਸੀ, ਜਦੋਂ ਕੀ ਕੀਤਾ ਗਿਆ ਨਿਊ बैंक ऑफ इंडिया ਨੂੰ पंजाब नेशनल बैंक ਦੇ ਵਿੱਚ ਜਿਹੜਾ ਉਹ ਸ਼ਾਮਿਲ ਕੀਤਾ ਗਿਆ। ਉਸ ਤੋਂ ਬਾਅਦ ਆਪਣੇ ਟੋਟਲ 19 ਜਿਹੜੇ ਨੇ ਉਹ ਰਾਸ਼ਟਰੀकृत बैंक ਜਿਹੜੇ ਨੇ ਉਹ ਬਚ ਗਏ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਬਾਕੀ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ। ਹੁਣ ਕੀ ਹੋਇਆ 1 ਅਪ੍ਰੈਲ 2019 यानी 1 अप्रैल 2019 ਨੂੰ ਕੀ ਕੀਤਾ ਗਿਆ बैंक ऑफ बड़ौदा, विजया बैंक ਤੇ देना बैंक ਤਿੰਨਾਂ ਨੂੰ ਜਿਹੜਾ ਹੈ ਉਹ ਇਕੱਠਾ ਕਰ ਦਿੱਤਾ ਗਿਆ। ਤਾਂ ਮੈਂ ਨਾਮ ਜਿਹੜੇ ਨੇ ਉਹ ਸੀਕੁਐਂਸ ਦੇ ਵਿੱਚ ਲਿਖੇ ਨੇ ਤਾਂ ਇਹਨੂੰ ਯਾਦ ਰੱਖਣਾ ਜਿਹੜਾ ਹੈ ਉਹ ਈਜ਼ੀ ਹੋ ਜਾਵੇ। ਯਾਨੀ ਕੀ ਕੀਤਾ ਗਿਆ ਜਿਹੜਾ ਵਿਜया बैंक ਹੈ ਤੇ ਦੇਨਾ बैंक ਹੈ ਇਹਨਾਂ ਦੋਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਇਹਨਾਂ ਦੋਨਾਂ ਨੂੰ ਖਤਮ ਕਰਕੇ बैंक ऑफ बड़ौदा ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕਰ ਦਿੱਤਾ ਗਿਆ। ਕਦੋਂ ਕੀਤਾ ਗਿਆ 1 अप्रैल 2019। ठीक है जी। तो 1 अप्रैल 2019 ਨੂੰ ਦੋ ਰਾਸ਼ਟਰੀकृत बैंक ਜਿਹੜੇ ਨੇ ਉਹ ਘਟ ਗਏ। ਕਿਉਂ? ਕਿਉਂਕਿ ਇਹਨਾਂ ਤਿੰਨਾਂ ਨੂੰ ਜਿਹੜਾ ਹੈ ਉਹ ਮਿਕਸ ਕਰਕੇ ਇੱਕ ਬੈਂਕ ਬਣਾਇਆ ਗਿਆ बैंक ऑफ बड़ौदा। ਆਪਾਂ ਨੂੰ ਅੰਡਰਲਾਈਨ ਕਰ ਲੈਂਦੇ ਆ ਵੀ ਜਿਹੜੇ ਬੈਂਕ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਉਹਨੂੰ ਅੰਡਰਲਾਈਨ ਕੀਤਾ ਜਾ ਰਿਹਾ ਹੈ। ਯਾਨੀ ਕਿ ਵਿਜया बैंक, देना बैंक ਹੁਣ ਕੀ ਬਣ ਗਏ ਹੁਣ ਬਣ ਗਏ ऑफ बैंक ऑफ बड़ौदा। ਉਸ ਤੋਂ ਬਾਅਦ ਕੀ ਕੀਤਾ ਗਿਆ 30 ਅਗਸਤ 2019 ਨੂੰ ਜਿਹੜੇ ਕੈਨਰਾ बैंक ਤੇ ਸਿੰਡੀਕੇਟ बैंक ਸੀ ਇਹਨਾਂ ਨੂੰ ਵੀ ਜਿਹੜਾ ਹੈ ਉਹ ਇਕੱਠਾ ਕਰ ਦਿੱਤਾ ਗਿਆ 30 ਅਗਸਤ 2019। ठीक है जी। सिर्फ दो ही तरीका याद रखनिया ने 1 अप्रैल 2019 ਤੇ 30 अगस्त 2019 क्योंकि जो बाकी बैंक भी शामिल हुए सी एक दूजे ਦੇ ਵਿੱਚ ਉਹ ਸਾਰੇ ਦੇ ਸਾਰੇ 30 अगस्त 2019 ਨੂੰ ਹੀ ਸ਼ਾਮਿਲ ਹੋਏ ਸੀ। ਮਤਲਬ ਜਿਹੜਾ ਸਿੰਡੀਕੇਟ बैंक ਸੀ ਉਹਨੂੰ ਕੀ ਕੀਤਾ ਗਿਆ ਕੈਨਰਾ बैंक ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਯਾਨੀ ਆ ਦੋ ਬੈਂਕਾਂ ਨੂੰ ਮਿਲਾ ਕੇ ਕੀ ਕੀਤਾ ਗਿਆ ਇੱਕ ਬੈਂਕ ਜਿਹੜਾ ਹੈ ਉਹ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਕੀ ਕੀਤਾ ਗਿਆ ਇਸੇ 30 अगस्त 2019 ਨੂੰ ਹੀ ਜਿਹੜਾ ਇੰਡੀਅਨ बैंक ਹੈ ਤੇ ਜਿਹੜਾ ਇਲਾਹਾਬਾਦ बैंक ਹੈ ਇਹਨਾਂ ਨੂੰ ਵੀ ਜਿਹੜਾ ਹੈ ਉਹ 30 अगस्त 2019 ਨੂੰ ਕੀ ਕੀਤਾ ਗਿਆ ਇਕੱਠਾ ਕਰਕੇ ਇੱਕ ਬੈਂਕ ਜਿਹੜਾ ਹੈ ਉਹ ਬਣਾ ਦਿੱਤਾ ਗਿਆ। ਯਾਨੀ ਇੰਡੀਅਨ बैंक ਦੇ ਵਿੱਚ ਇਲਾਹਾਬਾਦ बैंक ਜਿਹੜਾ ਹੈ ਉਹਨੂੰ ਸ਼ਾਮਿਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਸੇ ਤਰੀਕ ਨੂੰ ਹੀ ਕੀ ਕੀਤਾ ਗਿਆ 30 अगस्त 2019 ਨੂੰ
पंजाब नेशनल बैंक, ओरिएंटल बैंक ऑफ कॉमर्स ते यूनाइटेड बैंक ऑफ इंडिया, इन्हां तीनों ਨੂੰ ਜਿਹੜਾ ਹੈ ਉਹ ਇਕੱਠਾ ਕਰ ਦਿੱਤਾ ਗਿਆ 30 ਅਗਸਤ 2019 ਨੂੰ ਤੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਵੀ ਇੱਕੋ ਬੈਂਕ ਬਣਾਇਆ ਗਿਆ ਕਿਹੜਾ पंजाब नेशनल बैंक। यानी कि ਹੁਣ ओरिएंटल बैंक ऑफ कॉमर्स भी की बन गया, पंजाब नेशनल बैंक बन गया, यूनाइटेड बैंक ऑफ इंडिया भी की बन गया, पंजाब नेशनल बैंक ਜਿਹੜਾ ਹੈ ਉਹ बन गया। ठीक हो गया, गल क्लियर। ऐसे 30 अगस्त 2019 ਨੂੰ ਹੀ ਕੀ ਕੀਤਾ ਗਿਆ यूनियन बैंक ऑफ इंडिया, आंध्रा बैंक ਤੇ ਕਾਰਪੋਰੇਸ਼ਨ बैंक, ਇਹਨਾਂ ਤਿੰਨਾਂ ਬੈਂਕਾਂ ਨੂੰ ਜਿਹੜਾ ਹੈ ਉਹ ਇਕੱਠਾ ਕਰਕੇ ਇੱਕੋ ਬੈਂਕ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਕਿਹੜਾ यूनियन बैंक ऑफ इंडिया। यानी कि ਹੁਣ ਜਿਹੜਾ ਆਂਧਰਾ ਬੈਂਕ ਹੈ ਉਹ ਵੀ यूनियन बैंक ऑफ इंडिया ਬਣ ਗਿਆ, ਜਿਹੜਾ ਕਾਰਪੋਰੇਸ਼ਨ ਬੈਂਕ ਹੈ ਉਹ ਵੀ ਜਿਹੜਾ ਹੈ यूनियन बैंक ऑफ इंडिया ਜਿਹੜਾ ਹੈ ਉਹ ਬਣ ਗਿਆ। ਠੀਕ ਹੋ ਗਿਆ। ਤਾਂ ਹੁਣ ਕੀ ਹੋਇਆ ਅਗਰ ਇਹ ਸਾਰਾ ਚੇਂਜ ਆਪਾਂ ਲੈ ਆਈਏ, ਹੁਣ ਅਗਰ ਆਪਾਂ ਇਹਦੀ ਨੰਬਰਿੰਗ ध्यान ਨਾਲ ਕਰੀਏ ਤੇ ਦੁਬਾਰਾ ਕਰੀਏ, ਹੁਣ ਕੀ ਹੋਏਗਾ ਆਪਾਂ ਨੂੰ ਆ ਸਾਰੀ ਨੰਬਰਿੰਗ ਜਿਹੜੀ ਹੈ ਉਹ ਦੁਬਾਰਾ ਕਰਨੀ ਪਏਗੀ। ਕਿਉਂ? ਕਿਉਂਕਿ ਪਹਿਲਾਂ ਆਪਾਂ 19 ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ ਉਹ ਗਿਣੇ ਸੀ। ਹੁਣ ਦੇਖਦੇ ਆ ਵੀ ਇੰਡੀਆ ਦੇ ਵਿੱਚ ਟੋਟਲ ਰਾਸ਼ਟਰੀਕ੍ਰਿਤ ਬੈਂਕ ਜਿਹੜੇ ਨੇ ਉਹ ਕਿੰਨੇ ਬਚੇ। ਦੇਖੋ बैंक ऑफ बड़ौदा, विजया बैंक, देना बैंक, आ तीनों ਨੂੰ ਇਕੱਠਾ ਕਰਕੇ ਕੀ ਕੀਤਾ ਗਿਆ बैंक ऑफ बड़ौदा बनाया गया। यानी आ तीनों बैंकों का एक बैंक ਜਿਹੜਾ ਹੈ ਉਹ ਹੋ ਗਿਆ। ਇਸੇ ਤਰ੍ਹਾਂ ਕੈਨਰਾ बैंक ਤੇ ਸਿੰਡੀਕੇਟ बैंक ਨੂੰ ਇਕੱਠਾ ਕਰ ਦਿੱਤਾ ਗਿਆ, ਇਹਨਾਂ ਦੋਵਾਂ ਬੈਂਕਾਂ ਦਾ ਇੱਕ ਬੈਂਕ ਬਣਾ ਦਿੱਤਾ ਗਿਆ ਤਾਂ ਇਹ ਹੋ ਗਿਆ ਆਪਣਾ ਦੂਸਰਾ ਬੈਂਕ ਕਿਹੜਾ ਕੈਨਰਾ बैंक। ਕਿਉਂ? ਕਿਉਂਕਿ ਸਿੰਡੀਕੇਟ बैंक ਨੂੰ ਕੈਨਰਾ बैंक ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕੀਤਾ ਗਿਆ ਸੀ। ਉਸ ਤੋਂ ਬਾਅਦ इलाहाबाद बैंक ਨੂੰ इंडियन बैंक में शामिल कर दिता गया। यानी ਇਹਨਾਂ ਦੋਨਾਂ ਨੂੰ ਮਿਲਾ ਕੇ ਆਪਣਾ ਤੀਜਾ ਰਾਸ਼ਟਰੀਕ੍ਰਿਤ बैंक बन गया ਕਿਹੜਾ इंडियन बैंक। ठीक हो गया। ਉਸ ਤੋਂ ਬਾਅਦ पंजाब नेशनल बैंक, ओरिएंटल बैंक ऑफ कॉमर्स ਤੇ यूनाइटेड बैंक ऑफ इंडिया, ਇਹਨਾਂ ਤਿੰਨਾਂ ਨੂੰ ਮਿਲਾ ਕੇ ਇੱਕ बैंक बनाया गया पंजाब नेशनल बैंक। यानी कि पंजाब नेशनल बैंक ਜਿਹੜਾ ਹੈ ਇਹ ਆਪਣਾ ਚੌਥਾ ਰਾਸ਼ਟਰੀਕ੍ਰਿਤ बैंक ਜਿਹੜਾ ਹੈ ਉਹ ਬਣ ਗਿਆ। ਉਸ ਤੋਂ ਬਾਅਦ यूनियन बैंक ऑफ इंडिया, आंध्रा बैंक, कॉर्पोरेशन बैंक, ਇਹਨਾਂ ਤਿੰਨਾਂ ਬੈਂਕਾਂ ਨੂੰ ਮਿਲਾ ਕੇ ਇੱਕ ਬੈਂਕ ਬਣਾਇਆ ਗਿਆ यूनियन बैंक ऑफ इंडिया ਤਾਂ ਇਹ ਆਪਣਾ ਪੰਜਵਾਂ ਰਾਸ਼ਟਰੀਕ੍ਰਿਤ ਬੈਂਕ ਜਿਹੜਾ ਹੈ ਉਹ ਹੋ ਗਿਆ। ਉਸ ਤੋਂ ਬਾਅਦ बैंक ऑफ इंडिया 6 ਨੰਬਰ ਤੇ, बैंक ऑफ महाराष्ट्र 7, सेंट्रल बैंक ऑफ इंडिया 8, इंडियन ओवरसीज बैंक 9, पंजाब एंड सिंध बैंक 10 ਤੇ यूको बैंक 11। ਇਹ ਆਪਣੇ ਟੋਟਲ ਜਿਹੜੇ ਨੇ ਉਹ ਕੀ ਬਣ ਗਏ ਉਹ ਆਪਣੇ ਰਾਸ਼ਟਰੀਕ੍ਰਿਤ बैंक ਜਿਹੜੇ ਨੇ ਉਹ ਬਣ ਗਏ। ਠੀਕ ਹੋ ਗਿਆ ਜੀ, ਗੱਲ ਕਲੀਅਰ। ਤਾਂ ਹੁਣ ਇਹ ਸਾਰੇ ਜਿਹੜੇ ਨੇ ਇਹ ਆਪਣੇ ਜਿਹੜੇ ਨੇ ਉਹ ਰਾਸ਼ਟਰੀਕ੍ਰਿਤ बैंक ਜਿਹੜੇ ਨੇ ਉਹ ਕਾਊਂਟ ਹੋ ਜਾਂਦੇ ਨੇ। ਠੀਕ ਹੈ। ਤਾਂ ਪਬਲਿਕ ਸੈਕਟਰ ਯਾਨੀ ਕਿ ਸਰਕਾਰੀ बैंक ਜਿਹੜੇ ਨੇ ਉਹ ਕਿੰਨੇ ਹੈਗੇ ਨੇ ਉਹ ਹੈਗੇ ਨੇ ਜੀ ਇੱਕ ਤਾਂ ਸਟੇਟ बैंक ऑफ इंडिया ਹੈ ਤੇ 11 ਜਿਹੜੇ ਨੇ ਉਹ ਆਪਣੇ ਹੋਰ ਜਿਹੜੇ ਨੇ ਇਹ ਆਪਣੇ ਰਾਸ਼ਟਰੀਕ੍ਰਿਤ बैंक ਨੇ। ਯਾਨੀ ਅਗਰ ਆਪਾਂ ਟੋਟਲ ਜਿਹੜੇ ਸਰਕਾਰੀ ਬੈਂਕਾਂ ਦੀ ਗੱਲ ਕਰੀਏ ਤਾਂ ਕਿੰਨੇ ਹੈਗੇ ਨੇ 12 ਦੇ ਵਿੱਚੋਂ ਇੱਕ ਜਿਹੜਾ ਹੈ ਉਹ ਸਟੇਟ बैंक ऑफ इंडिया ਹੈ। ਇਹ ਪਹਿਲਾਂ ਤੋਂ ਹੀ ਰਾਸ਼ਟਰੀਕ੍ਰਿਤ ਸੀ। ਇਹ ਉਹ ਬੈਂਕ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਜਿਹੜਾ ਹੈ ਰਾਸ਼ਟਰੀਕ੍ਰਿਤ ਕੀਤਾ ਗਿਆ। ਇੱਕ 1969 ਦੇ ਵਿੱਚ 14 ਬੈਂਕਾਂ ਨੂੰ, ਫਿਰ 1980 ਦੇ ਵਿੱਚ 6 ਬੈਂਕਾਂ ਨੂੰ, 20 ਬੈਂਕ ਰਾਸ਼ਟਰੀਕ੍ਰਿਤ ਹੋ ਗਏ ਤੇ ਉਸ ਤੋਂ ਪਹਿਲਾਂ ਦੇਖੀਏ ਤਾਂ SBI ਦੇ 7 ਜਿਹੜੇ ਨੇ ਉਹ ਸਹਾਇਕ ਬੈਂਕ ਹੁੰਦੇ ਸੀ। ਯਾਨੀ ਚੈੱਕ ਕਰੋ, ਇੱਕ ਹੋ ਗਿਆ ਸਟੇਟ बैंक ऑफ इंडिया, 7 ਹੋ ਗਏ ਇਹਦੇ ਸਹਾਇਕ ਬੈਂਕ ਤਾਂ ਟੋਟਲ ਕਿੰਨੇ ਹੋ ਗਏ 8। ਉਸ ਤੋਂ ਬਾਅਦ 20 ਜਿਹੜੇ ਨੇ ਉਹ ਕੀ ਸੀ ਜਿਹੜੇ ਆਪਣੇ ਰਾਸ਼ਟਰੀਕ੍ਰਿਤ ਬੈਂਕ ਸੀ। ਟੋਟਲ ਕਿੰਨੇ ਸੀ 28 ਦੇ ਵਿੱਚੋਂ ਇੱਕ ਨਿਊ बैंक ऑफ इंडिया फेल हो गया, बाकी कितने बचे 27 ਦੇ ਵਿੱਚੋਂ ਫਿਰ ਕੀ ਕੀਤਾ ਗਿਆ 7 ਜਿਹੜੇ ਇਹਦੇ ਸਹਾਇਕ ਬੈਂਕ ਸੀ ਉਹ ਖਤਮ ਕਰ ਦਿੱਤੇ ਗਏ। ਬਾਕੀ ਕਿੰਨੇ ਬਚੇ 20 ਦੇ ਵਿੱਚੋਂ ਹੁਣ ਇਹਨਾਂ ਨੂੰ ਮਰਜ ਕਰਕੇ 9 ਬੈਂਕ ਵਿੱਚੋਂ ਹੋਰ ਮਰਜ ਹੋ ਗਏ ਤਾਂ ਕਿੰਨੇ ਬਚੇ 8 ਬੈਂਕ ਹੋਰ ਮਰਜ ਹੋ ਗਏ ਤਾਂ ਕਿੰਨੇ ਬਚੇ 12। ਤਾਂ ਟੋਟਲ ਆਪਣੇ ਕੋਲ ਇਸ ਟਾਈਮ ਤੇ 12 ਸਰਕਾਰੀ ਬੈਂਕ ਜਿਹੜੇ ਨੇ ਉਹ ਹੈਗੇ ਨੇ। ਕਿਹੜੇ ਨੇ ਆਪਾਂ ਨਾਮ ਇੱਕ ਵਾਰੀ ਰਿਪੀਟ ਕਰ ਲੈਂਦੇ ਆ। ਜਿਹੜੇ ਮੈਂ ਅੰਡਰਲਾਈਨ ਕੀਤੇ ਨੇ ਉਹ ਸਾਰੇ ਇਸ ਟਾਈਮ ਇੰਡੀਆ ਵਿੱਚ ਕੰਮ ਕਰਦੇ ਜਿਹੜੇ ਨੇ ਉਹ ਕੀ ਨੇ ਉਹ ਸਰਕਾਰੀ ਬੈਂਕ ਨੇ। ਆਪਾਂ ਨਾਮ ਰਿਪੀਟ ਕਰ ਲੈਂਦੇ ਇੱਕ ਵਾਰੀ ਤਾਂ ਕਿ ਆਪਾਂ ਨੂੰ ਯਾਦ ਰਵੇ। ਪਹਿਲਾ स्टेट बैंक ऑफ इंडिया, दूसरा बैंक ऑफ बड़ौदा, तीसरा कैनरा बैंक, चौथा इंडियन बैंक,
पंजवां पंजाब नेशनल बैंक, छेवां यूनियन बैंक ऑफ इंडिया, सतवां बैंक ऑफ इंडिया, आठवां बैंक ऑफ महाराष्ट्र, नौवां सेंट्रल बैंक ऑफ इंडिया, 10वां इंडियन ओवरसीज बैंक, 11वां पंजाब एंड सिंध बैंक ते 12वां यूको बैंक। 12 टोटल आज की तारीख दे विच अपने सरकारी बैंक जिहड़े ने वो काम करते पे ने। ठीक हो गया जी। तो उम्मीद है तुहानू ये चीज समझ आ रही होगी। तो आपां हुण इत्थे इस चीज नू जिहड़ा है वो इत्थे ही खत्म करते हैं ताकि आपां अगे अपना टॉपिक जिहड़ा वो चला सके। तो की होया स्टेट बैंक ऑफ इंडिया कितने हो गए, एक ही है अपने आप दे विच। जिहड़े राष्ट्रीयकृत बैंक ने वो कितने हो गए 11, तो दोनों नू जोड़ के कितने बन गए 12। ਹੁਣ ਆਉਂਦੇ ਆਪਾਂ ਜਿਹੜੇ ਆਪਣੇ ਨਿੱਜੀ ਖੇਤਰ ਦੇ ਬੈਂਕ ਨੇ ਉਹਨਾਂ ਦੇ ਵਿੱਚ। ਹੁਣ ਨਿੱਜੀ ਖੇਤਰ ਦੇ ਬੈਂਕ ਕਿਹੜੇ ਨੇ ਤੁਸੀਂ ਆਮ ਤੌਰ ਤੇ ਨਾਮ ਲੈ ਲਓ, ਤੁਸੀਂ ਭਾਵੇਂ ICICI ਬੈਂਕ ਦਾ ਨਾਮ ਲਓ, ਭਾਵੇਂ ਤੁਸੀਂ ਐਕਸਿਸ ਬੈਂਕ ਦਾ ਨਾਮ ਲਓ, ਭਾਵੇਂ ਤੁਸੀਂ HDFC ਬੈਂਕ ਦਾ ਨਾਮ ਲਓ। ਇਹ ਸਾਰੇ ਕਿਹੜੇ ਨੇ ਇਹ ਪ੍ਰਾਈਵੇਟ ਸੈਕਟਰ ਬੈਂਕ ਜਿਹੜੇ ਨੇ ਉਹ ਹੈਗੇ ਨੇ। ਠੀਕ ਹੈ, ਕਈ ਵਾਰੀ ਇਹ ਪੁੱਛ ਲੈਂਦਾ ਹੈ ਕਿ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਬੈਂਕ ਜਿਹੜਾ ਹੈ ਉਹ ਕਿਹੜਾ ਹੈ। ਤਾਂ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਬੈਂਕ ਜਿਹੜਾ ਹੈ ਉਹ ਹੈ ਜਿਹੜਾ ਆਪਣਾ HDFC। HDFC ध्यान रखना वो प्राइवेट सेक्टर का सब तो बड़ा बैंक है। अगर पूछा जाए कि सरकारी क्षेत्र का सब तो बड़ा बैंक किहड़ा है तो वो है स्टेट बैंक ऑफ इंडिया। ਜਿਹੜਾ ਆਪਣਾ ਸਰਕਾਰੀ ਬੈਂਕਾਂ ਦੇ ਵਿੱਚੋਂ ਸਭ ਤੋਂ ਵੱਡਾ ਬੈਂਕ ਹੈ। ਕਿਉਂ? ਕਿਉਂਕਿ ਇੱਕ ਤਾਂ ਇੰਡੀਆ ਸ਼ਾਖਾਵਾਂ ਬਹੁਤ ਜ਼ਿਆਦਾ ਨੇ, ਨੰਬਰ 2 ਇਹਦੇ ਵਿੱਚ EMPLOYE ਯਾਨੀ ਜਿਹੜੇ ਲੋਕ ਕੰਮ ਕਰਦੇ ਨੇ ਉਹ ਵੀ ਬਹੁਤ ਜ਼ਿਆਦਾ ਨੇ, ਤੀਸਰਾ ਇਹਦੇ ਕੋਲ ਜਿਹੜਾ ਪੈਸਾ ਹੈ ਉਹ ਵੀ ਸਭ ਤੋਂ ਜ਼ਿਆਦਾ ਹੈ। ਜਿਸ ਕਰਕੇ ਸਟੇਟ बैंक ऑफ इंडिया ਜਿਹੜਾ ਹੈ ਇਹ ਸਰਕਾਰੀ ਬੈਂਕਾਂ ਦੇ ਵਿੱਚੋਂ ਸਭ ਤੋਂ ਵੱਡਾ ਬੈਂਕ ਹੈ। HDFC ਜਿਹੜਾ ਹੈ ਉਹ ਪ੍ਰਾਈਵੇਟ ਬੈਂਕਾਂ ਦੇ ਵਿੱਚੋਂ ਸਭ ਤੋਂ ਵੱਡਾ ਬੈਂਕ ਹੈ। ਤਾਂ ਜਿਹੜੇ ਪ੍ਰਾਈਵੇਟ ਸੈਕਟਰ ਬੈਂਕ ਨੇ ਜਾਂ ਨਿੱਜੀ ਖੇਤਰ ਦੇ ਬੈਂਕ ਨੇ ਉਹਨਾਂ ਨੂੰ ਆਪਾਂ ਅੱਗੇ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਇੱਕ ਹੁੰਦੇ ਨੇ ਉਹਨੂੰ ਆਪਾਂ ਕਹਿੰਦੇ ਆ 올ਡ ਪ੍ਰਾਈਵੇਟ ਸੈਕਟਰ बैंक। ठीक है, ओल्ड प्राइवेट सेक्टर बैंक। एक हैगे ने न्यू प्राइवेट सेक्टर बैंक। ता ओल्ड प्राइवेट सेक्टर बैंक केड़े ने ते न्यू प्राइवेट सेक्टर बैंक केड़े ने उन्हां दी गल करदे आ। देखो ओल्ड मतलब पुराने निजी खेतर दे बैंक, इने नवे निजी खेतर दे बैंक। ओल्ड मतलब पुराना, न्यू मतलब नवा। ए पुराने निजी खेतर दे बैंक ने, ए नवे निजी खेतर दे बैंक ने। हुण दोनां च की फर्क है? ए ओ प्राइवेट सेक्टर बैंक ने जेड़े की राष्ट्रीयकरण दे टाइम ते मतलब अपना दो बारी अपने बैंकां दा राष्ट्रीयकरण होया। एक होया 1969 दे विच, दूजा होया 1980 दे विच। दो बारी होया। तां ए ओ बैंक ने जेड़े उस टाइम ते काम कर रहे सी राष्ट्रीयकरण दे टाइम ते। पर ए ओ बैंक ने जिन्हां दा राष्ट्रीयकरण करदे समय राष्ट्रीयकरण नहीं किया गया, मतलब सरकार ने ये देखा भी ये बैंक बहुत छोटे ने, इस करके इन्हां दा राष्ट्रीयकरण करन दा कोई फायदा नहीं हैगा। तां ये ओ बैंक ने जिहड़े राष्ट्रीयकरण दे टाइम ते हैगे सी, काम कर रहे सी, पर क्योंकि बहुत छोटे सी इस करके सरकार ने इन्हां दा राष्ट्रीयकरण जिहड़ा है वो नहीं कीता। तां आपां पुराने निजी खेतर दे बैंक जिहड़े है वो कह दिंदे आ। जिहड़े ये नवे निजी खेतर दे बैंक ने ये किहड़े ने? ये जिहड़े कि खास तौर पे 1991-92 ते 1999 2000 तो बाद जिहड़े ने वो इंडिया दे विच आए। क्यों? क्योंकि 1991-92 दे विच की होया इंडिया दे विच बैंकिंग खेतर दे सुधार हुए। तुसी पॉलिसी पढ़ी होनी है भारतीय अर्थव्यवस्था दे विच जिन्हों आपां कहंदे आ LPG, लिबरलाइजेशन, प्राइवेटाइजेशन, ग्लोबलाइजेशन, उदारीकरण, निजीकरण ते विश्वीकरण। उस प्रक्रिया दे दौरान क्योंकि अपने देश के दरवाजे जड़े ने वो विदेशों वास्ते खोल दिते गए, प्राइवेट सेक्टर वास्ते खोल दिते गए, तां ये बैंक जड़े ने ये उदों आए। उस तो बाद की होया साल 2000 1999 2000 कहंदे आ वैसे उस साल दे विच इंडिया दे विच IT एक्ट पास होया। IT इंफॉर्मेशन टेक्नोलॉजी एक्ट पास होया 2001 दे विच वो लागू हो गया। उस तो बाद जिहड़े बैंक आए वो भी किधर आ जाते हैं न्यू प्राइवेट
ਸੈਕਟਰ ਬੈਂਕ ਦੇ ਵਿੱਚ ਜਿਹੜਾ ਹੈ ਉਹ ਆ ਜਾਂਦੇ ਨੇ। ਯਾਨੀ ਇਹ ਕਿਹੜੇ ਬੈਂਕ ਨੇ ਜਿਹੜੇ ਕਿ 1991-92 ਤੇ 1999-2000 ਤੋਂ ਬਾਅਦ ਖੁੱਲੇ ਨੇ, ਉਹਨਾਂ ਨੂੰ ਆਪਾਂ ਨਿਊ ਪ੍ਰਾਈਵੇਟ ਸੈਕਟਰ ਬੈਂਕ ਜਿਹੜੇ ਨੇ ਉਹ ਕਹਿ ਦਿੰਦੇ ਆ। ਅਗਰ ਆਪਾਂ ਅੱਜ ਦੀ ਤਰੀਕ ਦੇ ਵਿੱਚ ਗੱਲ ਕਰੀਏ ਤਾਂ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਪੁਰਾਣੇ ਪ੍ਰਾਈਵੇਟ ਸੈਕਟਰ ਬੈਂਕ ਨੇ ਉਹ ਹੈਗੇ ਨੇ 13 ਤੇ ਜਿਹੜੇ ਨਵੇਂ ਪ੍ਰਾਈਵੇਟ ਸੈਕਟਰ ਬੈਂਕ ਹੈਗੇ ਨੇ ਉਹ ਹੈਗੇ ਨੇ 8। ਠੀਕ ਹੈ ਜੀ, ਤਾਂ 13 ਪੁਰਾਣੇ ਪ੍ਰਾਈਵੇਟ ਸੈਕਟਰ ਬੈਂਕ ਕੰਮ ਕਰ ਰਹੇ ਨੇ, 8 ਜਿਹੜੇ ਨੇ ਉਹ ਨਵੇਂ ਪ੍ਰਾਈਵੇਟ ਸੈਕਟਰ ਬੈਂਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਹੁਣ ਆਪਾਂ ਨੂੰ ਇਹਨਾਂ ਦੇ ਨਾਮ ਦੇ ਵਿੱਚ ਡਿਟੇਲ ਦੇ ਵਿੱਚ ਜਾਣ ਦੀ ਲੋੜ ਜਿਹੜੀ ਹੈ ਉਹ ਨਹੀਂ ਹੈਗੀ, ਸਿਰਫ ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਸਾਰੇ ਦੇ ਸਾਰੇ ਪ੍ਰਾਈਵੇਟ ਸੈਕਟਰ ਬੈਂਕ ਜਿਹੜੇ ਨੇ ਉਹ ਇੱਕੋ ਵਰਗੇ ਨਹੀਂ ਹੈਗੇ, ਉਹ ਦੋ ਹਿੱਸਿਆਂ ਦੇ ਵਿੱਚ ਵੰਡਿੰਦੇ ਨੇ। ਜ਼ਿਆਦਾ ਪਤਾ ਕਰਨਾ ਹੈ ਤਾਂ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਵੈਬਸਾਈਟ ਦੇ ਉੱਪਰ ਜਾ ਕੇ ਪਤਾ ਕਰ ਸਕਦੇ ਹੋ www.rbi.org.in। रिपीट कर रहे हैं www.rbi.org.in ਤੇ ਜਾ ਕੇ ਇਹਦੀ ਪੂਰੀ ਲਿਸਟ ਪਈ ਹੈ, ਤੁਸੀਂ ਉਹ ਤੋਂ ਲਿਸਟ ਜਿਹੜੀ ਹੈ ਉਹ ਨਿਕਾਲ ਸਕਦੇ ਹੋ। ਤਾਂ 올ਡ ਪ੍ਰਾਈਵੇਟ ਸੈਕਟਰ ਬੈਂਕ ਯਾਨੀ ਕਿ ਪੁਰਾਣੇ ਪ੍ਰਾਈਵੇਟ ਸੈਕਟਰ ਬੈਂਕ ਜਿਹੜੇ ਨੇ ਉਹ 13 ਨੇ ਇਸ ਟਾਈਮ, ਤੇ ਨਵੇਂ ਪ੍ਰਾਈਵੇਟ ਸੈਕਟਰ ਬੈਂਕ ਜਿਹੜੇ ਨੇ ਉਹ ਹੈਗੇ ਨੇ 8। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਨੇ ਫੋਰਨ ਬੈਂਕ। ਫੋਰਨ ਬੈਂਕ ਐਜੇ ਬੈਂਕ ਨੇ ਜਿਹੜੇ ਕਿ ਵਿਦੇਸ਼ਾਂ ਨੇ ਆਪਣੇ ਇੱਥੇ ਆ ਕੇ ਖੋਲੇ ਹੋਏ ਨੇ, ਮਤਲਬ ਇਹਨਾਂ ਦੇ ਮਾਲਿਕ ਜਿਹੜੇ ਨੇ ਉਹ ਭਾਰਤੀ ਲੋਕ ਨਹੀਂ ਹੈਗੇ, ਇਹਨਾਂ ਦੇ ਮਾਲਿਕ ਜਿਹੜੇ ਨੇ ਉਹ ਵਿਦੇਸ਼ੀ ਲੋਕ ਨੇ ਜਿਹੜੇ ਕਿ ਆਪਣੇ ਇੱਥੇ ਆ ਕੇ ਬੈਂਕ ਖੋਲੇ ਹੋਏ ਨੇ। ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਸਿਟੀ ਬੈਂਕ ਦੀ, CITI ਸਿਟੀ ਬੈਂਕ ਇਹਦੀ ਐਗਜ਼ਾਮਪਲ ਹੈ, ABN AMRO ਉਹ ਇਹਦੀ ਐਗਜ਼ਾਮਪਲ ਹੈ। ਤਾਂ ਬਹੁਤ ਸਾਰੇ ਜਿਹੜੇ ਆਪਣੇ ਫੋਰਨ ਬੈਂਕ ਜਿਹੜੇ ਨੇ ਉਹ ਹੈਗੇ ਨੇ, ਇਹਨਾਂ ਦੀ ਗਿਣਤੀ ਨਾ ਫਿਕਸ ਨਹੀਂ ਹੈਗੀ। ਕਿਉਂ? ਕਿਉਂਕਿ ਇਹ ਬੈਂਕ ਜਿਹੜੇ ਨੇ ਕਦੇ ਖੁੱਲ ਜਾਂਦੇ ਨੇ, ਕਦੇ ਬੰਦ ਹੋ ਜਾਂਦੇ ਨੇ। ਤਾਂ ਜਿਸ ਟਾਈਮ ਤੇ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਲੈਕਚਰ ਆਪਣਾ ਰਿਕਾਰਡ ਕਰ ਰਿਹਾ ਉਸ ਟਾਈਮ ਤੇ ਮੈਂ ਇਹ ਕਹਿ ਸਕਦਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਟੋਟਲ 45 ਫੋਰਨ ਬੈਂਕ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਕੰਮ ਕਰਦੇ ਪਏ ਨੇ। ਇਹਨਾਂ ਦੀ ਗਿਣਤੀ ਚੇਂਜ ਹੁੰਦੀ ਰਹਿੰਦੀ ਹੈ। ਠੀਕ ਹੈ, ਤਾਂ 45 ਬੈਂਕ ਜਿਹੜੇ ਨੇ ਇਹ ਹੋ ਗਏ। ਹੁਣ ਇਹ ਉਸ ਤੋਂ ਬਾਅਦ ਆਉਂਦੇ ਨੇ ਆਪਣੇ ਕੋਲ ਨॉन ਸ਼ੈਡਿਊਲਡ ਬੈਂਕ, ਮਤਲਬ ਕਿ ਗੈਰ ਅਨੁਸੂਚਿਤ ਬੈਂਕ। ਠੀਕ ਹੈ, ਹੁਣ ਗੈਰ ਅਨੁਸੂਚਿਤ ਬੈਂਕ ਜਿਹੜੇ ਹੋਣਗੇ, ਆਪਾਂ ਲੈਕਚਰ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ, ਜਿਨ੍ਹਾਂ ਨੂੰ ਆਪਣੀ ਅਨੁਸੂਚੀ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਸ਼ਾਮਿਲ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਜਾਂ ਤਾਂ ਉਹਨਾਂ ਕੋਲ 5 ਲੱਖ ਰੁਪਏ ਨਹੀਂ ਹੁੰਦੇ ਸੀ, ਨੰਬਰ 2 ਜਾਂ ਉਹਨਾਂ ਦਾ ਮਾਲਿਕ ਇੱਕ ਬੰਦਾ ਹੁੰਦਾ ਹੈ, ਨੰਬਰ 3 ਜਾਂ ਉਹਨਾਂ ਕੋਈ ਐਜੇ ਕੰਮ ਕੀਤਾ ਹੋਏਗਾ ਜਿਹੜੇ ਉਹਨਾਂ ਦੇ ਗਾਹਕਾਂ ਦੇ ਖਿਲਾਫ ਜਾਂਦਾ ਹੋਏਗਾ, ਜਾਂ ਉਹਨਾਂ ਨੇ ਇਹ ਕਿਹਾ ਹੋਏਗਾ ਵੀ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਕਾਨੂੰਨ ਜਿਹੜੇ ਨੇ ਉਹ ਨਹੀਂ ਮੰਨਦੇ। ਤਾਂ ਇਹ ਬੈਂਕ ਜਿਹੜੇ ਨੇ ਉਹਨੂੰ ਆਪਾਂ ਨॉन ਸ਼ੈਡਿਊਲਡ ਬੈਂਕ ਯਾਨੀ ਕਿ ਗੈਰ ਅਨੁਸੂਚਿਤ ਬੈਂਕ ਜਿਹੜੇ ਹੈ ਉਹ ਕਹਿ ਦਿੰਦੇ ਆ। ਅੱਜ ਦੀ ਤਰੀਕ ਦੇ ਵਿੱਚ ਟੋਟਲ 4 ਬੈਂਕ ਹੈ ਜਿਹੜੇ ਉਹ ਗੈਰ ਅਨੁਸੂਚਿਤ ਨੇ, ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਹੈ ਕਿ ਇਹਨਾਂ ਦੇ ਉੱਪਰ ਸਾਡਾ ਕੋਈ ਅਧਿਕਾਰ ਨਹੀਂ ਹੈਗਾ, ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਹੈ ਉਹ ਜਿਹੜਾ ਉਹ ਨਹੀਂ ਹੈਗਾ। ਉਹ 4 ਜਿਹੜੇ ਨੇ ਉਹ ਗੈਰ ਅਨੁਸੂਚਿਤ ਬੈਂਕ ਜਿਹੜੇ ਨੇ ਉਹ ਕਿਹੜੇ-ਕਿਹੜੇ ਨੇ ਉਹਨਾਂ ਦੇ ਆਪਾਂ ਨਾਮ ਲਿਖਣ ਲੱਗੇ ਆ। ਪਹਿਲਾ ਹੈ ਅਖੰਡ ਆਨੰਦ ਕੋਆਪਰੇਟਿਵ बैंक लिमिटेड, ये पहला है अखंड आनंद कोऑपरेटिव बैंक लिमिटेड। दूसरा है अलवी कोऑपरेटिव बैंक लिमिटेड। तीसरा है अमरनाथ कोऑपरेटिव बैंक लिमिटेड। ते चौथा जड़ा है वो है अमोघ नागरिक सहकारी बैंक लिमिटेड। ਤਾਂ ਇਹ 4 ਜਿਹੜੇ ਨੇ ਉਹ ਕਿਨੇ ਉਹ ਨॉन ਸ਼ੈਡਿਊਲਡ ਬੈਂਕ ਜਿਹੜੇ ਨੇ ਹੈਗੇ ਨੇ, ਜਿਨ੍ਹਾਂ ਦੇ ਉੱਪਰ ਰਿਜ਼ਰਵ ਬੈਂਕ ਆਫ ਇੰਡੀਆ ਦਾ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਜਿਹੜਾ ਹੈ ਉਹ ਨਹੀਂ ਹੈਗਾ। ਠੀਕ ਹੋ ਗਿਆ ਜੀ। ਤਾਂ ਹੁਣ ਅਗਰ ਆਪਾਂ
ਇੰਡੀਆ ਦੇ ਵਿੱਚ ਬੈਂਕ ਗਿਣੀਏ ਤਾਂ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਬੈਂਕ ਹੈਗੇ ਨੇ, ਜਿਵੇਂ ਆਪਾਂ ਰੀਜਨਲ ਰੂਰਲ ਬੈਂਕ ਯਾਨੀ ਕਿ ਖੇਤਰੀ ਬੈਂਕ ਉਹਨਾਂ ਦੀ ਗੱਲ ਕਰ ਸਕਦੇ ਹਾਂ, ਬਹੁਤ ਸਾਰੇ ਸਹਿਕਾਰੀ ਬੈਂਕ ਹੈਗੇ ਨੇ ਉਹਨਾਂ ਦੀ ਗੱਲ ਕਰ ਸਕਦੇ ਹਾਂ, ਲੈਂਡ ਡਿਵੈਲਪਮੈਂਟ ਬੈਂਕ ਹੈਗੇ ਨੇ ਉਹਨਾਂ ਦੀ ਗੱਲ ਕਰ ਸਕਦੇ ਹਾਂ, ਯਾਨੀ ਕਿ ਲੈਂਡ ਡਿਵੈਲਪਮੈਂਟ ਬੈਂਕ, ਭੂਮੀ ਵਿਕਾਸ ਬੈਂਕ ਉਹਨਾਂ ਦੀ ਗੱਲ ਕਰ ਸਕਦੇ ਹਾਂ, ਨਾਬਾਰਡ ਹੈ ਉਹਦੀ ਆਪਾਂ ਗੱਲ ਕਰ ਸਕਦੇ ਹਾਂ, ਜਾਂ ਹੋਰ ਬਹੁਤ ਤਰ੍ਹਾਂ ਦੇ ਬੈਂਕ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਹੈਗੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਮੇਨ ਜਿਹੜਾ ਹੈ ਉਹ ਆਪਾਂ ਆਪਣਾ ਬੈਂਕਿੰਗ ਸਿਸਟਮ ਜਿਹੜਾ ਹੈ ਉਹ ਇਸ ਤਰ੍ਹਾਂ ਡਿਵਾਈਡ ਕਰਦੇ ਹਾਂ ਵੀ ਹੁਣ ਕੀ ਹੋ ਗਿਆ, ਟੋਟਲ ਅਗਰ ਆਪਾਂ ਬੈਂਕਾਂ ਦੀ ਗਿਣਤੀ ਕਰੀਏ ਤਾਂ ਕਿੰਨੇ ਹੋਏ, 12 ਜਿਹੜੇ ਨੇ ਉਹ ਸਰਕਾਰੀ ਬੈਂਕ ਹੋ ਗਏ। ਅਗਰ ਆਪਾਂ ਪ੍ਰਾਈਵੇਟ ਦੇਖੀਏ 13 ਇੱਕ ਨੇ ਤੇ 8 ਇੱਕ ਨੇ, 13 ਤੇ 8 21 ਇੱਕ ਹੋ ਗਏ, 45 ਜਿਹੜੇ ਨੇ ਉਹ ਫੋਰਨ ਬੈਂਕ ਹੋ ਗਏ। ਅਗਰ ਇਹਨਾਂ ਜੋੜ ਲਾਈਏ ਤਾਂ 8 ਇੱਕ ਬਣਿਆ ਤੇ 7 ਇੱਕ ਬਣਿਆ, 78 ਬੈਂਕ ਜਿਹੜੇ ਨੇ ਇਸ ਟਾਈਮ ਇੰਡੀਆ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਨੇ, ਸਿਵਾਏ ਇਹਨਾਂ 4 ਜਿਹੜਾ ਉਹ ਗੈਰ ਅਨੁਸੂਚਿਤ ਬੈਂਕਾਂ ਦੇ। ਤਾਂ ਇਹ ਸੀ ਇੰਡੀਆ ਦਾ ਪੂਰਾ ਬੈਂਕਿੰਗ ਸਿਸਟਮ। ਉਮੀਦ ਹੈ ਤੁਹਾਨੂੰ ਬੈਂਕਿੰਗ ਸਿਸਟਮ ਜਿਹੜਾ ਉਹ ਪਸੰਦ ਆਇਆ ਹੋਵੇਗਾ ਤੇ ਸਮਝ ਆਇਆ ਹੋਵੇਗਾ। ਇਹ ਕਰਾਣਾ ਇਸ ਕਰਕੇ ਜ਼ਰੂਰੀ ਸੀ ਵੀ ਜਦੋਂ ਆਪਾਂ ਬੈਂਕ ਕਰਦੇ ਹਾਂ, ਬੈਂਕ ਦੇ ਕੰਮ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਬੈਂਕ ਜਿਹੜੇ ਨੇ ਉਹ ਹੈਗੇ ਕਿਸ ਤਰ੍ਹਾਂ ਦੇ ਨੇ, ਕਿਵੇਂ ਬੈਂਕ ਜਿਹੜੇ ਨੇ ਉਹ ਸਥਾਪਿਤ ਹੋਏ, ਕਿਵੇਂ ਇਹ ਕੰਮ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਦੀ ਨੌਲੇਜ ਹੋਣਾ ਜ਼ਰੂਰੀ ਸੀ। ਤਾਂ ਹੀ ਇਹ ਤੁਹਾਨੂੰ 2 ਲੈਕਚਰ ਜਿਹੜੇ ਨੇ ਇਸ ਚੀਜ਼ ਦੇ ਉੱਪਰ ਲਾਏ ਗਏ। ਤਾਂ ਇਹਨੂੰ ਧਿਆਨ ਨਾਲ ਥੋੜਾ ਸਮਝ ਲੈਣਾ, ਇਹ ਸਿਰਫ ਤੁਹਾਡੇ ਸਮਝਣ ਵਾਸਤੇ ਹੈ ਤਾਂ ਕਿ ਤੁਹਾਨੂੰ ਅਗਲਾ ਚੈਪਟਰ ਜਿਹੜਾ ਉਹ ਕਲੀਅਰ ਹੋ ਜਾਏ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਤਾਂ ਅਗਰ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਤੇ ਨਾਲ ਲਾਈਕ ਤੇ ਸ਼ੇਅਰ ਵੀ ਕਰਿਆ ਜੇ। ਥੈਂਕ ਯੂ ਵੈਰੀ ਮਚ।